ਜਿੰਨੇ ਵੀ ਸੰਨਿਆਸੀ ਦੇਖੇ ਸੀ ਭਾਗਵੇਂ ਕੱਪੜੇ ਪਾਏ ਹੋਏ, ਕਿਤੇ ਨਾ ਕਿਤੇ ਤੀਰਥ ਸਥਾਨ ਨੂੰ ਜਾਂਦੇ ਹੋਏ, ਜਿੰਨੇ ਦੇਖੇ ਸੀ, ਪਰ ਉਹਨਾਂ ਹੀ ਸੰਨਿਆਸ ਦੇ ਬਾਰੇ ਕੋਈ ਵੀ ਗਹਿਰਾ ਗਿਆਨ ਨਹੀਂ ਸੀ। ਸੰਨਿਆਸ ਕਿਉਂ ਲਾਜ਼ਮੀ ਆ, ਇਹ ਉਹ ਵਾਕਿਆ ਹੀ ਸੰਨਿਆਸੀ ਨੇ, ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਜਦ ਇਸ ਦੇ ਬਾਰੇ ਹੀ ਕੋਈ ਜਾਣਕਾਰੀ ਨਹੀਂ ਸੀ ਤਾਂ ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ, ਇਸ ਦੇ ਬਾਰੇ ਮੈਨੂੰ ਕੀ ਪਤਾ ਲੱਗਣਾ ਸੀ। ਕਿਸੇ ਨੇ ਦੱਸਿਆ ਹੋਵੇਗਾ ਪਰ ਮੈਂ ਕਦੇ ਸੁਣਿਆ ਨਹੀਂ। ਇੰਨਾ ਜ਼ਰੂਰ ਜਾਣਦੀ ਹਾਂ ਕਿ ਬੱਚੇ ਦਾ ਜਦ ਜਨਮ ਹੁੰਦਾ ਤਾਂ ਪਹਿਲਾ ਐਕਸ਼ਨ ਆਉਂਦਾ ਹੁੰਦਾ ਰੋਣਾ। ਬੱਚੇ ਦਾ ਜਨਮ ਸਾਡੀ ਜੋ ਵੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਸੰਸਾਰ ਤੇ, ਰੋਣ ਤੋਂ ਸ਼ੁਰੂ ਹੁੰਦੀ ਆ, ਅਤੇ ਸੰਨਿਆਸੀ ਦਾ ਜਨਮ ਹੱਸਣ ਤੋਂ ਸ਼ੁਰੂ ਹੁੰਦਾ ਵਾ। ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ। ਰੁੱਖਾਂ ਦੇ ਨਾਲ ਮੇਰੀ ਵਾਰਤਾਲਾਪ। ਰੁੱਖ ਚੁੱਪ ਦੇ ਮਾਹੌਲ ਵਿੱਚ ਕਿਸ ਤਰ੍ਹਾਂ ਬਿਨ ਬੋਲੇ ਤੋਂ, ਬਿਨਾਂ ਜ਼ੁਬਾਨ ਤੋਂ ਕਿਸ ਤਰ੍ਹਾਂ ਸਾਡੀ ਗੁਫ਼ਤਗੂ ਹੁੰਦੀ ਆ, ਅਤੇ ਉਹ ਮੈਨੂੰ ਕਿੰਝ ਆਪਣੀ ਵਾਰਤਾਲਾਪ ਦੱਸਦੇ ਨੇ ਅਤੇ ਆਪਣੇ ਅਹਿਸਾਸਾਂ ਦੀ ਮੇਰੇ ਨਾਲ ਸਾਂਝ ਪਾਉਂਦੇ ਨੇ। ਅਸੀਂ ਕਹੀਏ ਕਿ ਇਹ ਨਾਮੁਮਕਿਨ ਆ, ਸਾਨੂੰ ਇਸ ਦੇ ਉੱਤੇ ਭਰੋਸਾ ਨਹੀਂ ਆਉਂਦਾ। ਅਸੀਂ ਤਾਂ ਆਪਣੀ ਅੱਖ ਦੇ ਬਾਰੇ ਵੀ ਦੇਖਣ ਲੱਗਾਂਗੇ, ਸੋਚਣ ਲੱਗਾਂਗੇ ਕਿ ਅਸੀਂ ਦੇਖ ਕਿੰਝ ਸਕਦੇ ਹਾਂ। ਜਦੋਂ ਅਸੀਂ ਅੱਖ ਦੀ ਗਹਿਰਾਈ ਦੇ ਵਿੱਚ ਜਾਵਾਂਗੇ, ਸਾਨੂੰ ਇਸ ਦੇ ਉੱਤੇ ਵੀ ਭਰੋਸਾ ਨਹੀਂ ਆਊਗਾ ਕਿ ਇੱਕ ਪਤਲੀ ਜਿਹੀ ਮਾਸ ਦੀ ਝਿੱਲੀ ਦੇਖ ਕਿੰਝ ਸਕਦੀ ਆ। ਸਾਡੇ ਸੰਸਾਰੀ ਜੀਵਨ ਦੇ ਹੀ ਇੰਨੇ ਡਿਮੈਂਸ਼ਨ ਨੇ ਕਿ ਅਸੀਂ ਕਾਇਨਾਤ ਦੇ ਡਿਮੈਂਸ਼ਨਾਂ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ। ਅਸੀਂ ਆਪਣੇ ਅੰਦਰਲੇ ਡਿਮੈਂਸ਼ਨ ਨੂੰ ਹੀ ਨਹੀਂ ਜਾਣ ਸਕਦੇ, ਅਸੀਂ ਬ੍ਰਹਿਮੰਡ ਦੇ ਡਿਮੈਂਸ਼ਨ ਨੂੰ ਕਿੱਥੇ ਜਾਵਾਂਗੇ। ਮੈਂ ਇੰਨਾ ਦੇਖਦੀ ਹਾਂ ਕਿ ਮੇਰੀ ਗਹਿਰੀ ਉਦਾਸੀ ਦੇ ਵਿੱਚ ਅੱਜ ਹੱਸੀ ਦਾ ਜਨਮ ਹੋਣ ਲੱਗਾ, ਅਤੇ ਮੈਂ ਇਸ ਨੂੰ ਭਰਮ ਸਮਝ ਕੇ ਇਸ ਨੂੰ ਮਿਟਾਉਣਾ ਚਾਹੁੰਦੀ ਹਾਂ। ਇਸ ਦੇ ਵੱਲ ਧਿਆਨ ਨਹੀਂ ਦਿੰਦੀ, ਕਿਉਂਕਿ ਮੈਂ ਨਹੀਂ ਜਾਣਦੀ ਸੀ ਕਿ ਹੁਣ ਮੇਰੀ ਜੋ ਯਾਤਰਾ ਸ਼ੁਰੂ ਹੋਊਗੀ, ਜੋ ਹੁਣ ਮੇਰੀ ਜ਼ਿੰਦਗੀ ਦੀ ਤੋਰ ਹੋਊਗੀ, ਉਹ ਹਾਸੇ ਤੋਂ ਸ਼ੁਰੂ ਹੋਊਗੀ। ਚੁੱਪ ਦੀ ਬਹੁਤ ਹੀ ਗਹਿਰੀ ਖਾਮੋਸ਼ੀ ਦੇ ਵਿੱਚ, ਬਿਨਾਂ ਅਲਫਾਜ਼ਾਂ ਤੋਂ ਹੁੰਦੀ ਇਹ ਵਾਰਤਾਲਾਪ। ਜਦ ਮੈਂ ਇਸ ਨੂੰ ਸਮਝਣ ਲੱਗ ਪਈ ਤਾਂ ਮੈਨੂੰ ਪਤਾ ਲੱਗ ਗਿਆ ਕਿ ਹੁਣ ਜੋ ਮੇਰਾ ਦਾਖਲਾ ਵਾ ਅਸਲੀ ਜ਼ਿੰਦਗੀ ਦੇ ਰੂਪ ਦੇ ਵਿੱਚ ਹੋਊਗਾ। ਜਿਸ ਤਰ੍ਹਾਂ ਬੀਜ ਜ਼ਮੀਨ ਦੀ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਵਾ, ਅਤੇ ਕਿੰਝ ਫੇਰ ਉਹ ਤਾਕਤ ਲਾ ਕੇ ਕਿੰਝ ਉਸ ਦਾ ਹਿੱਸਾ, ਅੰਦਰਲਾ ਹਿੱਸਾ ਬਾਹਰਲੇ ਛਿੱਲੜ ਨੂੰ ਪਰੇ ਧੱਕਦਾ ਵਾ, ਉਸੇ ਤਰ੍ਹਾਂ ਹੀ ਕਿੰਝ ਉਹ ਫਿਰ ਮਿੱਟੀ ਦੀਆਂ ਪਰਤਾਂ ਨੂੰ ਪਰੇ ਧੱਕਦਾ ਹੋਇਆ ਮਿੱਟੀ ਤੋਂ ਬਾਹਰ ਨਿਕਲਦਾ, ਮਤਲਬ ਕਿ ਜ਼ਮੀਨ ਤੋਂ ਬਾਹਰ ਨਿਕਲਦਾ ਵਾ। ਉਸੇ ਤਰ੍ਹਾਂ ਹੀ ਮੇਰੀ ਮਨ ਦੇ ਵਿੱਚ ਜੋ ਭਾਵਨਾ ਸੀ, ਜੋ ਉਦਾਸੀ ਸੀ, ਜੋ ਮੇਰੇ ਸਵਾਲ ਸੀ, ਉਹਨਾਂ ਦੀ ਜੋ ਛਿੱਲੜ ਸੀ ਉਦਾਸੀ, ਇਹ ਕਿਸ ਤਰ੍ਹਾਂ ਮੇਰੇ ਹੀ ਵਜੂਦ ਦੀ ਮਿੱਟੀ ਦੇ ਵਿੱਚ ਦਫਨ ਹੁੰਦੀ ਆ। ਮੇਰੀ ਭਾਵਨਾ ਨੇ ਫੁੱਟਣਾ ਸੀ ਅਤੇ ਇਹ ਉਦਾਸੀ ਦੀ ਛਿੱਲੜ ਨੇ ਲੈਣਾ ਸੀ। ਮੈਂ ਗਹਿਰੇ ਹੋਸ਼ ਦੇ ਨਾਲ ਆਪਣੇ ਆਪ ਨੂੰ ਇੱਕ ਗਰਭ ਦੇ ਵਿੱਚ ਦੇਖ ਰਹੀ ਹਾਂ। ਮੈਂ ਉਸ ਵਕਤ ਇਹ ਜਾਣ ਲਿਆ ਕਿ ਇਸੇ ਤਰ੍ਹਾਂ ਹੀ ਬੱਚਾ ਗਰਭ ਦੇ ਵਿੱਚ ਪ੍ਰਵੇਸ਼ ਹੁੰਦਾ ਵਾ, ਅਤੇ ਇਸੇ ਤਰ੍ਹਾਂ ਹੀ ਉਸ ਦਾ ਜੀਵਨ ਹੁੰਦਾ ਵਾ। ਪਰ ਉਹ ਬੇਹੋਸ਼ ਹੁੰਦਾ। ਮਤਲਬ ਬੇਹੋਸ਼ੀ ਦਾ ਇਹ ਆ ਕਿ ਉਹ ਆਪਣੀ ਅਚੇਤਨ ਸਥਿਤੀ ਦੇ ਵਿੱਚ ਹੁੰਦਾ ਵਾ। ਮਨ ਕੀ ਆ? ਸਾਡਾ ਜੋ ਚੇਤਨ ਰੂਪ ਆ, ਮਤਲਬ ਕਿ ਸਾਡੀ ਜੋ ਅਵੇਅਰਨੈਸ ਆ, ਸਾਡੀ ਜਾਗਰੂਕਤਾ ਵਾ, ਸਾਡੀ ਹੋਸ਼ਮੰਦੀ ਆ, ਉਸ ਦੀ ਪਰਛਾਈ
6 ਹਫ਼ਤਿਆਂ ਤੋਂ ਬਾਅਦ ਮੇਰੇ ਮਨ ਦੇ ਵਿੱਚ ਕਿੰਜ ਹਲਚਲ ਹੁੰਦੀ ਆ। ਮੈਂ ਉਸ ਦੀ ਪੱਲੀ ਧਿਆਨ ਨਹੀਂ ਦਿੰਦੀ, ਕਿਉਂਕਿ ਮੈਨੂੰ ਲੱਗਦਾ ਕਿ ਇਹ ਮੇਰਾ ਭਰਮ ਆ, ਇਹ ਹਿਲਜੁਲ ਹੋ ਨਹੀਂ ਰਹੀ। ਇਹ ਮੈਂ ਹੀ ਆਪਣੇ ਮਨ ਦੇ ਨਾਲ ਸਕੀਮ ਬਣਾਉਂਦੀ ਹਾਂ ਕਿ ਮੇਰੇ ਅੰਦਰ ਕੋਈ ਹਿਲਜੁਲ ਆ। ਮੈਂ ਆਪਣੇ ਆਪ ਨੂੰ ਹੀ ਭਰਮ ਦੇ ਵਿੱਚ ਸਮਝ ਰਹੀ ਹਾਂ। ਇਹ ਹਿਲਜੁਲ ਹੈ ਕੀ ਸੀ? ਮੈਂ ਦੇਖਿਆ ਬਹੁਤ ਮੇਰੇ ਗਹਿਰੇ ਦੇ ਵਿੱਚ 6 ਹਫ਼ਤਿਆਂ ਤੱਕ ਮੇਰੀ ਘੋਰ ਉਦਾਸੀ ਤੋਂ ਬਾਅਦ ਮੈਂ ਦੇਖਦੀ ਹਾਂ ਕਿ ਮੇਰੇ ਬਹੁਤ ਹੀ ਗਹਿਰੇ ਦੇ ਵਿੱਚ ਕੋਈ ਚੀਜ਼ ਆ ਜੋ ਜ਼ੋਰ ਦੀ ਹੱਸਣ ਦੇ ਲਈ ਉਤਾਵਲੀ ਆ। ਗਹਿਰੀ ਖਾਮੋਸ਼ੀ ਦੇ ਵਿੱਚ ਦਬੇ ਹੋਏ ਮੇਰੇ ਉਦਾਸ ਵਜੂਦ ਦੇ ਵਿੱਚ ਮੁਸਕਾਨ। ਇਹ ਹੋ ਕਿੰਜ ਸਕਦਾ? ਇਹ ਜੋ ਹਾਦਸਾ ਸੀ ਮੇਰੇ ਲਈ ਭਰਮ ਹੋ ਸਕਦਾ ਸੀ, ਪਰ ਮੇਰੇ ਲਈ ਸੱਚ ਕਦੇ ਵੀ ਨਹੀਂ ਸੀ ਹੋ ਸਕਦਾ। ਸੋ ਜੋ ਇਹ ਮੇਰੇ ਅੰਦਰ ਮੁਸਕਾਨ ਉੱਭਰ ਰਹੀ ਆ, ਜੋ ਅੰਕੁਰ ਹੋ ਰਹੀ ਆ, ਕਿਉਂਕਿ ਇਹ ਮੈਨੂੰ ਜਾਪਦਾ ਸੀ ਕਿ ਇਹ ਮੇਰਾ ਭਰਮ ਅਤੇ ਮੈਂ ਇਸ ਤੋਂ ਦੂਰ ਹੋਣੇ ਮੰਗਦੀ ਸੀ। ਮੈਂ ਇਸ ਨੂੰ ਦੂਰ ਹਟਾਉਣੇ ਮੰਗਦੀ ਸੀ। ਮੈਂ ਇਸ ਤੋਂ ਦੂਰ ਭੱਜਣਾ ਚਾਹੁੰਦੀ ਸੀ, ਪਰ ਮੈਂ ਦੇਖਦੀ ਸੀ ਜਿੰਨਾ ਵੀ ਮੈਂ ਇਸ ਤੋਂ ਦੂਰ ਭੱਜਦੀ ਹਾਂ, ਓਨੀ ਹੀ ਮੈਂ ਇਸ ਦੇ ਨਜ਼ਦੀਕ ਆਈ ਜਾ ਰਹੀ ਹਾਂ। ਮੇਰਾ ਅਤੇ ਮੇਰੀ ਇਸ ਮੁਸਕਾਨ ਦਾ ਜੋ ਖੇਲ ਸੀ, ਇਹ ਮੇਰੇ ਹੀ ਅੰਦਰ 20 ਦਿਨ ਤੱਕ ਚੱਲਦਾ ਰਿਹਾ। ਮੇਰੀ ਉਦਾਸੀ ਇਤਨੀ ਗਹਿਰੀ ਸੀ ਕਿਉਂਕਿ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਮੈਂ ਕਦੇ ਮੁੜ ਕੇ ਜ਼ਿੰਦਗੀ ਦੇ ਵਿੱਚ ਹੱਸ ਸਕੂੰਗੀ। ਚਾਹੇ ਇਹ ਘਟਨਾ ਅਣਜਾਣ ਸੀ, ਪਰ ਬਹੁਤ ਹੀ ਅਨੋਖੀ ਤੇ ਬਹੁਤ ਹੀ ਨਿਰਾਲੀ ਤੇ ਅਦਭੁਤ ਘਟਨਾ ਸੀ। ਇਹ ਬਹੁਤ ਹੀ ਸੁੱਖ ਦੇਣ ਵਾਲੀ ਇੱਕ ਚੀਜ਼ ਸੀ। ਚਾਹੇ ਮੈਨੂੰ ਇਸ ਦੇ ਬਾਰੇ ਕੋਈ ਗਿਆਨ ਨਹੀਂ ਸੀ, ਪਰ ਫਿਰ ਵੀ ਮੈਂ ਕਹਿੰਦੀ ਹਾਂ, ਕਾਸ਼ ਇਹੋ ਜਿਹੀਆਂ ਘਟਨਾਵਾਂ ਹਰ ਰੋਜ਼ ਬੀਤਣ। ਭਾਵੇਂ ਅਸੀਂ ਕਿਸੇ ਘਟਨਾ ਤੋਂ ਜਾਣੂ ਨਾ ਹੋਈਏ, ਉਸ ਘਟਨਾ ਦਾ ਰੁੱਖ ਹੀ ਸਾਨੂੰ ਦੱਸ ਦਊਗਾ। ਉਸ ਦੀ ਬਾਹਰਲੀ ਪਰਤ ਤੋਂ ਹੀ ਅਸੀਂ ਜਾਣ ਲਵਾਂਗੇ ਕਿ ਇਸ ਪਰਤ ਦੇ ਵਿੱਚ ਕੀ ਹੋਊਗਾ। ਇੱਕ ਪਲ ਅਤੇ ਇੱਕ ਚੁੱਪ, ਇਹ ਦੋ ਜੋ ਕੁਦਰਤ ਦਾ ਸਾਥ ਦੇ ਰਹੇ ਨੇ, ਇਹ ਕਿੰਜ ਮੇਰੀ ਸੋਚ ਨੂੰ ਗਹਿਰੀ ਅਨੁਭੂਤੀ ਦੇ ਕੇ ਮੈਨੂੰ ਮੇਰੀ ਹੀ ਚੇਤਨਾ ਦੇ ਨਾਲ ਮਿਲਾਉਣ ਦਾ ਇੱਕ ਬਹੁਤ ਹੀ ਨਿਰਾਲਾ ਵਸੀਲਾ ਬਣ ਰਹੇ ਨੇ। ਅਨਮੋਲ ਘਟਨਾ, ਪਰ ਅਣਜਾਣੀ। ਕੋਈ ਘਬਰਾਹਟ ਨਹੀਂ, ਬਸ ਜਿਸ ਤਰ੍ਹਾਂ ਕਿ ਡੋਰ ਤੋਂ ਟੁੱਟੀ ਪਤੰਗ ਨੇ ਆਪਣੇ ਆਪ ਨੂੰ ਖੁੱਲ੍ਹੇ ਆਸਮਾਨ ਦੇ ਵਿੱਚ ਛੱਡ ਦਿੱਤਾ, ਹਵਾਵਾਂ ਦੇ ਵਿੱਚ ਛੱਡ ਦਿੱਤਾ ਕਿ ਲੈ ਜਾਣ ਜਿੱਧਰ ਨੂੰ ਹਵਾਵਾਂ ਲੈ ਕੇ ਜਾਂਦੀਆਂ। ਪੂਰਨ ਰੂਪ ਦੇ ਵਿੱਚ ਸਮਰਪਣ, ਸੰਨਿਆਸ, ਪੂਰਨ ਰੂਪ ਦੇ ਵਿੱਚ ਇੱਕ ਸਮਰਪਣ ਦੀ ਘਟਨਾ ਵਾ। ਮੈਂ ਮੇਰਾ ਹਾਲ ਪੂਰਾ ਅੱਛੀ ਤਰ੍ਹਾਂ ਜਾਣਦੀ ਹਾਂ, ਕਿਉਂਕਿ ਜੋ ਇਹ ਮੁਸਕਾਨ ਆ, ਇਹ ਮੇਰੇ ਲਈ ਸਵਾਲ ਬਣੀ ਹੋਈ ਹੈ। ਮੇਰੇ ਲਈ ਇੱਕ ਬਹੁਤ ਹੀ ਗਹਿਰਾ ਅਜੂਬਾ ਵਾ, ਕਿਉਂਕਿ ਜੋ ਚੀਜ਼ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਕਿ ਇਹ ਜ਼ਿੰਦਗੀ ਦੇ ਵਿੱਚ ਫਿਰ ਸੇ ਆਊਗੀ, ਅਗਰ ਉਹ ਮੇਰੇ ਅੱਗੇ ਹੀ ਪਈ ਹੋਊਗੀ ਤਾਂ ਕਿੰਜ ਹੋ ਸਕਦਾ ਵਾ। ਇਹ ਜੋ 20 ਦਿਨ ਮੇਰੇ ਅਤੇ ਇਸ ਮੁਸਕਾਨ ਦੇ ਸੀ, ਬੜੇ ਹੀ ਨਿਰਾਲੀ ਖੇਡ ਵਾਲੇ ਸੀ। ਮੈਂ ਦੇਖਦੀ ਸੀ ਕਿ ਜਿਹੜੀ ਇਹ ਮੁਸਕਾਨ ਆ, ਇਹ ਕਿਵੇਂ ਮਚਲ ਰਹੀ ਆ, ਇਸ ਦੇ ਵਿੱਚ ਕਿੰਨੀ ਉਤਸੁਕਤਾ ਵਾ। ਇਹ ਕਿੰਜ ਆਪਣੇ ਆਪ ਨੂੰ ਉਜਾਗਰ ਕਰਨਾ ਚਾਹੁੰਦੀ ਆ, ਕਿੰਜ ਉਸ ਦਾ ਦਿਲ ਕਰਦਾ ਵਾ, ਮਚਲਦਾ ਵਾ ਕਿ ਮੈਂ ਕਿੰਜ ਆਪਣੇ ਆਪ ਨੂੰ ਪ੍ਰਗਟ ਕਰਾਂ ਅਤੇ ਮੈਂ ਉੱਚੀ ਉੱਚੀ ਹੱਸਾਂ ਤੇ ਮੈਂ ਤੋਂ ਆਜ਼ਾਦ ਹੋ ਜਾਵਾਂ। ਅਤੇ ਮੈਂ ਉਸ ਨੂੰ ਕਿੰਜ ਦੇਖਦੀ ਹਾਂ, ਇਹ ਕਿੰਜ ਹੋ ਸਕਦਾ ਵਾ। ਮੇਰੇ ਲਈ ਮੈਂ ਦੇਖ ਰਹੀ ਹਾਂ ਕਿ ਮੁਸਕਾਨ ਆਣੇ ਮੰਗਦੀ ਆ। ਮੈਂ ਦੇਖਦੀ ਹਾਂ ਕਦੇ ਕਦੇ ਉਹ ਮੇਰੇ ਬੁੱਲ੍ਹਾਂ ਤੇ ਕਰਾ ਕੇ ਆਉਂਦੀ ਆ, ਪਰ ਮੈਂ ਕਿਸ ਤਰ੍ਹਾਂ ਗੌਰ ਦੇ ਨਾਲ ਬੁੱਲ੍ਹਾਂ ਦੇ ਉੱਤੇ ਆਪਣਾ ਧਿਆਨ ਰੱਖਦੀ ਹਾਂ। ਇਹ ਕਿੰਜ ਹੋ ਸਕਦਾ ਵਾ? ਤੂੰ ਆਵੇਂ
ਮੇਰੇ ਲਈ ਮੁਸਕਾਨ 20 ਦਿਨ ਸਵਾਲੀਆ ਚਿੰਨ੍ਹ ਬਣ ਕੇ ਰਹੀ, ਕਿਉਂਕਿ ਮੇਰੀ ਜੋ ਜ਼ਮੀਨ ਸੀ ਉਹ ਉਦਾਸੀ ਦੀ ਸੀ ਅਤੇ ਮੁਸਕਾਨ ਦੀ ਜੋ ਜ਼ਮੀਨ ਸੀ ਉਹ ਚੁੱਪ ਦੀ ਸੀ। ਚੁੱਪ ਅਤੇ ਉਦਾਸੀ, ਇਹਨਾਂ ਦੋਹਾਂ ਦੇ ਉੱਤੇ ਦੋ ਭਾਵਨਾਵਾਂ ਖੜੀਆਂ ਨੇ। ਇੱਕ ਨਵੇਂ ਜੀਵਨ ਦੇ ਵੱਲੀ ਨੂੰ ਜਾ ਰਹੀ ਆ ਅਤੇ ਇੱਕ ਕਹਿੰਦੀ ਆ ਮੇਰੇ ਕੋਈ ਅੱਗੇ ਕੋਈ ਵੀ ਰਸਤਾ ਨਹੀਂ, ਨਾ ਕਦਮ ਰੱਖਣ ਦੇ ਲਈ ਨਾ ਕੁਝ ਹੋਰ ਕਰਨ ਦੇ ਲਈ। ਮੈਂ ਦੇਖਦੀ ਹਾਂ ਕਿ ਜਦ ਬੀਜ ਮਿੱਟੀ ਦੇ ਵਿੱਚ ਦਬਿਆ ਹੁੰਦਾ ਵਾ, ਜਦੋਂ ਉਹ ਅੰਕੁਰ ਹੋਣ ਦੀ ਪੂਰੀ ਤਿਆਰੀ ਦੇ ਵਿੱਚ ਹੁੰਦਾ ਵਾ, ਉਸ ਦੇ ਵਿੱਚ ਜੋ ਉਤਸੁਕਤਾ ਹੁੰਦੀ ਆ ਕਿ ਕਿਸ ਤਰ੍ਹਾਂ ਮੈਂ ਇਸ ਜ਼ਮੀਨ ਨੂੰ ਪਾੜ ਕੇ ਮੈਂ ਬਾਹਰਲੀ ਦੁਨੀਆ ਨੂੰ ਦੇਖੂੰਗਾ, ਪਰ ਉਸ ਉਤਸੁਕਤਾ ਦੇ ਵਿੱਚ ਉਹ ਕਿੰਨਾ ਸ਼ਾਂਤ ਹੁੰਦਾ ਵਾ। ਮੈਂ ਦੇਖਦੀ ਹਾਂ ਕਿ ਇਹ ਮੁਸਕਾਨ ਆ ਜਿਹੜੀ, ਇਹ ਉਸੇ ਤਰ੍ਹਾਂ ਹੀ ਮੇਰੇ ਅੰਦਰ ਇੱਕ ਬੀਜ ਦੀ ਤਰ੍ਹਾਂ ਵਾ ਜੋ ਫੁੱਟਣਾ ਚਾਹੁੰਦੀ ਆ। ਮੈਂ ਇੱਕ ਤਾਂ ਆਪਣੇ ਆਪ ਨੂੰ ਦੇਖ ਰਹੀ ਹਾਂ, ਦੂਜਾ ਮੈਂ ਦੇਖ ਰਹੀ ਹਾਂ ਇੱਕ ਅੰਦਰ ਮੇਰੇ ਭਾਵਨਾ ਬੀਜ ਦੇ ਰੂਪ ਦੇ ਵਿੱਚ ਪੈਦਾ ਹੋਈ ਆ, ਜੋ ਫੁੱਟਣਾ ਚਾਹੁੰਦੀ ਆ, ਜੋ ਅੰਕੁਰ ਹੋਣੇ ਮੰਗਦੀ ਆ। ਅਤੇ ਆਪਣੇ ਨਵੇਂ ਰੂਪ ਦੇ ਲਈ ਫਿਰ ਵੀ ਉਤਸੁਕਤਾ ਦੇ ਬਾਵਜੂਦ ਵੀ ਉਸ ਦੇ ਵਿੱਚ ਕਿੰਨਾ ਸਬਰ ਆ। ਇੱਕ ਤਰਫ ਤਾਂ ਮੈਂ ਦੇਖਦੀ ਹਾਂ ਬੀਜ ਦੀ ਜੋ ਯਾਤਰਾ ਵਾ ਉਹ ਕਿਵੇਂ ਸ਼ੁਰੂ ਹੁੰਦੀ ਆ, ਦੂਜੀ ਤਰਫ ਮੈਂ ਦੇਖਦੀ ਹਾਂ ਕਿ ਕੋਈ ਵੀ ਜ਼ਿੰਦਗੀ ਦੀ ਹੱਸੀ ਹੋਵੇ, ਰੋਣਾ ਹੋਵੇ, ਭਾਵਨਾ ਹੋਵੇ, ਸੋਚ ਹੋਵੇ, ਕੁਛ ਵੀ ਹੋਵੇ, ਉਸ ਦਾ ਜਨਮ ਕਿੰਝ ਹੁੰਦਾ ਵਾ। ਤੀਸਰਾ ਮੈਂ ਦੇਖਦੀ ਹਾਂ ਕਿ ਜਦ ਕਿਸੇ ਵੀ ਵਿਅਕਤੀ ਦਾ ਡਿਮੈਂਸ਼ਨ ਬਦਲਦਾ ਵਾ, ਉਸ ਦੀ ਹਾਲਤ ਕੀ ਹੁੰਦੀ ਆ। ਉਹ ਵੀ ਇੱਕ ਬੀਜ ਦੀ ਤਰ੍ਹਾਂ, ਇੱਕ ਭਾਵਨਾ ਦੀ ਤਰ੍ਹਾਂ, ਮਤਲਬ ਕਿ ਸੰਨਿਆਸ ਉਹ ਚੀਜ਼ ਆ ਜੋ ਇਨਸਾਨ ਪੂਰੀ ਹੋਸ਼ ਦੇ ਵਿੱਚ, ਆਪਣੀ ਚੇਤਨ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਨਵਾਂ ਹੁੰਦਾ ਦੇਖਦਾ ਵਾ, ਆਪਣੇ ਪੁਰਾਣੇ ਪੱਤਿਆਂ ਨੂੰ ਝੜਦਾ ਦੇਖਦਾ ਅਤੇ ਆਪਣੇ ਅੰਦਰੋਂ ਨਵੇਂ ਪੱਤਿਆਂ ਨੂੰ ਨਿਕਲਦਾ ਦੇਖਦਾ। ਹੁਣ ਮੈਨੂੰ ਸਮਝ ਆ ਗਈ, ਪਾਸਾ ਪਲਟ ਗਿਆ, ਨਵਾਂ ਸੂਰਜ ਨਿਕਲਿਆ ਆ। ਇਸੇ ਤਰ੍ਹਾਂ ਇੱਕ ਦਿਨ ਜਦੋਂ ਮੈਂ ਰੋਜ਼ ਦੀ ਤਰ੍ਹਾਂ ਹੀ ਮੋਰਨਿੰਗ ਵਾਕ ਦੇ ਲਈ ਜਾਂਦੀ ਹਾਂ, ਮੈਂ ਜਦੋਂ ਮੋਰਨਿੰਗ ਵਾਕ ਤੋਂ ਵਾਪਸ ਘਰ ਤੇ ਆਉਂਦੀ ਹਾਂ ਤੇ ਆ ਕੇ ਬੈੱਡ ਦੇ ਉੱਤੇ ਪੈ ਜਾਂਦੀ ਹਾਂ, ਇੱਕ ਪਲ ਦੇ ਵਿੱਚ ਹੀ ਪਤਾ ਨਹੀਂ ਕੀ ਹੋਇਆ, ਮੈਨੂੰ ਸਮਝ ਨਹੀਂ ਆਉਂਦੀ ਇਹ ਹੋਇਆ ਕੀ ਸੀ। ਇੱਕਦਮ ਜਿਵੇਂ ਕਿਸੇ ਨੇ ਸਵਿਚ ਆਨ ਕਰਤੀ, ਮੇਰੇ ਅੰਦਰੋਂ ਜ਼ੋਰ ਦੀ ਹਾਸਾ ਨਿਕਲਿਆ ਆ। ਜੋ ਮੇਰੀ ਮੁਸਕਾਨ 20 ਦਿਨ ਮੇਰੇ ਨਾਲ ਖੇਲ ਖੇਡ ਰਹੀ ਸੀ ਚੁੱਪ ਦੀ ਮੈਦਾਨ ਦੇ ਵਿੱਚ, ਉਹ ਮੈਂ ਹਜੇ ਆ ਕੇ ਪਈ ਹੋਈ ਹਾਂ। ਇੱਕ ਪਲ ਦੇ ਵਿੱਚ ਉਸਨੇ ਜ਼ੋਰ ਦੀ ਮੈਂ ਹੱਸਣਾ ਸ਼ੁਰੂ ਕਰ ਦਿੱਤਾ। ਕਿਉਂ? ਕਾਹਤੋਂ? ਮੇਰੇ ਕੋਲੇ ਕੋਈ ਵੀ ਜਵਾਬ ਨਹੀਂ। ਬਸ ਮੈਂ ਦੇਖਿਆ ਕਿ ਬੀਜ ਜਿਵੇਂ ਅੰਕੁਰ ਹੁੰਦਾ ਵਾ, ਜਦੋਂ ਉਹ ਜ਼ਮੀਨ ਨੂੰ ਅੰਕੁਰ ਹੁੰਦਾ ਤੇ ਜਦੋਂ ਉਹ ਜ਼ਮੀਨ ਨੂੰ ਪਾੜਦਾ ਵਾ, ਉਸੇ ਤਰ੍ਹਾਂ ਹੀ ਬਿਲਕੁਲ ਮੇਰੀ ਚੁੱਪ ਨੂੰ ਪਾੜ ਕੇ ਮੇਰੀ ਮੁਸਕਾਨ ਫਟ ਚੁੱਕੀ ਸੀ। ਜਿੰਨੀ ਗਹਿਰੀ ਮੇਰੀ ਉਦਾਸੀ ਸੀ, ਉਸ ਤੋਂ ਵੀ ਜ਼ਿਆਦਾ ਜ਼ੋਰ ਦੀ ਮੇਰਾ ਹੱਸਣਾ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਕਦਮ ਹੋ ਕੀ ਗਿਆ। ਮੇਰੀ ਉਦਾਸੀ ਮੈਨੂੰ ਦਿਖਾਈ ਦੇ ਰਹੀ ਸੀ ਕਿ ਜਿਸ ਤਰ੍ਹਾਂ ਕੋਈ ਸੂਰਜ, ਹੁਣ ਸ਼ਾਮ ਦਾ ਵਕਤ ਆ, ਸੂਰਜ ਆ ਜਿਹੜਾ ਉਹ ਅਸਤ ਹੋ ਰਿਹਾ ਵਾ, ਸੂਰਜ ਛਿਪ ਰਿਹਾ ਵਾ। ਮੇਰੀ ਉਦਾਸੀ ਇੰਝ ਸੀ, ਮੇਰੀ ਉਦਾਸੀ ਮੇਰੇ ਹੀ ਭੀਤਰ ਕਿਤੇ ਛੁਪੀ ਜਾ ਰਹੀ ਸੀ, ਸੂਰਜ ਦੇ ਛਿਪਣ ਦੀ ਤਰ੍ਹਾਂ। ਅਤੇ ਉਸ ਦਾ ਛਿਪਣ ਦਾ ਰੰਗ ਪੀਲਾ, ਜਿਸ ਨੂੰ ਦੇਖ ਕੇ ਮੈਨੂੰ ਨਹੀਂ ਪਤਾ ਮੈਨੂੰ ਕੀ ਹੋ ਰਿਹਾ ਸੀ। ਅਤੇ ਮੈਂ ਦੇਖ ਰਹੀ ਸੀ ਕਿ ਜੋ ਮੇਰੀ ਮੁਸਕਾਨ ਆ, ਇਹ ਕਿਸ ਤਰ੍ਹਾਂ ਹਾਸਾ ਬਣਦੀ ਆ। ਮੈਂ ਸਮਝ ਗਈ ਕਿ
ਹਾਸੇ ਦੀ ਯਾਤਰਾ ਸ਼ੁਰੂ ਹੋ ਗਈ। ਪਰ ਹਾਸੇ ਦਾ ਮਤਲਬ ਕੀ ਆ, ਇਹ ਕਿਉਂ ਆਇਆ, ਇਹਦੀ ਯਾਤਰਾ ਹੁਣ ਕੀ ਹੋ ਗਈ, ਮੈਨੂੰ ਕੁਝ ਵੀ ਨਹੀਂ ਸੀ ਪਤਾ। ਪਰ ਮੇਰੇ ਤੇ ਅਸਰ ਕੀ ਹੋਇਆ, ਮੈਂ ਖੁਦ ਨੂੰ ਬਹੁਤ ਹੀ ਤਾਜ਼ੇਪਣ ਦੇ ਵਿੱਚ ਦੇਖਿਆ, ਬਹੁਤ ਹੀ ਨਵੇਂਪਣ ਦੇ ਵਿੱਚ ਦੇਖਿਆ। ਮੈਨੂੰ ਇੰਝ ਲੱਗਦਾ ਸੀ ਮੈਂ ਨਹੀਂ, ਮੇਰੇ ਨਾਲ ਤਮਾਮ ਸੰਸਾਰ ਦਾ ਜਨਮ ਹੋ ਗਿਆ। ਸਭ ਕੁਝ ਨਵਾਂ ਨਵਾਂ, ਮੇਰੀ ਦੇਖਣ ਦੀ ਅੱਖ ਨਵੀਂ, ਮੇਰੀ ਸੁਣਨ ਦੇ ਲਈ ਕੰਨ ਨਵੇਂ, ਮੇਰੀ ਚਾਲ ਨਵੀਂ, ਰੁੱਖ ਨਵੇਂ, ਪਸ਼ੂ ਪਕਸ਼ੀ ਨਵੇਂ, ਰਿਸ਼ਤੇ ਨਵੇਂ, ਸਭ ਕੁਝ ਨਵਾਂ। ਮੈਨੂੰ ਇੰਝ ਲੱਗਿਆ ਮੈਂ ਤਾਂ ਹੁਣੇ ਹੀ ਪੈਦਾ ਹੋਈ ਹਾਂ। ਮੈਂ ਪਹਿਲਾਂ ਕੀ ਫਿਰ ਬੀਤਿਆ ਸੀ। ਉਸ ਵਕਤ ਮੈਂ ਆਪਣੇ ਆਪ ਨੂੰ ਸਵਾਲ ਕਰਦੀ ਹਾਂ, ਮੱਲਾ ਜੋ ਬੀਤਿਆ ਸੀ ਅੱਜ ਤੱਕ, ਉਹ ਕੀ ਸੀ? ਉਹ ਸਮਾਂ ਸੀ ਜਾਂ ਸਰੀਰ ਸੀ? ਜੇ ਤੂੰ ਅੱਜ ਪੈਦਾ ਹੋਈ ਹੈ, ਹੁਣ ਮੇਰੀ ਯਾਤਰਾ ਇੱਕ ਹੋਰ ਡਿਮੈਂਸ਼ਨ ਦੀ ਵੱਲ ਜਾ ਰਹੀ ਆ। ਮੇਰੀ ਦੋਸਤੀ ਇਸ ਡਿਮੈਂਸ਼ਨ ਦੇ ਵਿੱਚ ਸਭ ਤੋਂ ਗਹਿਰੀ ਰੁੱਖਾਂ ਦੇ ਨਾਲ ਆ। ਮੈਂ ਸੁਪਨਿਆਂ ਵਿੱਚ ਵੀ ਜੇ ਦੇਖਦੀ ਹਾਂ, ਮੈਨੂੰ ਸੁਪਨੇ ਵੀ ਰੁੱਖਾਂ ਦੇ ਨਾਲ ਹੀ ਆਉਂਦੇ ਆ। ਰੁੱਖ ਮੇਰੇ ਨਾਲ ਨੇ, ਮੈਂ ਰੁੱਖਾਂ ਦੇ ਨਾਲ ਇੰਝ ਕਰਦੀਆਂ, ਆਹ ਕਰਦੀਆਂ, ਉਹ ਕਰਦੀਆਂ। ਰੁੱਖਾਂ ਦਾ ਜੋ ਡਿਮੈਂਸ਼ਨ ਆ ਜਾਂ ਇਨਸਾਨ ਦਾ ਕੋਈ ਵੀ ਡਿਮੈਂਸ਼ਨ ਆ, ਸੰਸਾਰ ਆ ਜਾਂ ਉਸਦੇ ਮਨ ਦਾ ਡਿਮੈਂਸ਼ਨ ਆ, ਉਹ ਕੀ ਸੋਚਦਾ, ਭਾਵਨਾਵਾਂ ਦੇ ਡਿਮੈਂਸ਼ਨ ਆ, ਸੋਚਾਂ ਦੇ ਡਿਮੈਂਸ਼ਨ ਆ, ਇਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ, ਇੱਕੋ ਜਿਹਾ। ਜਿਸ ਤਰ੍ਹਾਂ ਇਨਸਾਨਾਂ ਦੀਆਂ ਸ਼ਕਲਾਂ ਵੱਖੋ ਵੱਖਰੀਆਂ ਨੇ, ਉਸੇ ਤਰ੍ਹਾਂ ਰੁੱਖ ਅਤੇ ਇਨਸਾਨ ਇਹ ਵੀ ਵੱਖੋ ਵੱਖਰੇ ਆ। ਪਰ ਡਿਮੈਂਸ਼ਨ, ਭਾਵਨਾਵਾਂ, ਅਹਿਸਾਸ ਸਭ ਕੁਝ ਇੱਕੋ ਜਿਹਾ। ਰੁੱਖ ਹੋਵੇ ਜਾਂ ਵਿਅਕਤੀ, ਜਾਨਵਰ ਹੋਵੇ ਜਾਂ ਪੰਛੀ, ਜ਼ਿੰਦਗੀ ਦਾ ਕੋਈ ਵੀ ਹਿੱਸਾ ਹੋਵੇ, ਸਭ ਦੇ ਵਿੱਚ ਕਾਨੂੰਨ ਅਤੇ ਡਿਸਿਪਲਿਨ ਇੱਕੋ ਹੀ ਕੰਮ ਕਰਦਾ ਵਾ। ਮੇਰੀ ਸਮਝ ਆ ਗਈ, ਮੈਨੂੰ ਇਹ ਸਮਝ ਮਿਲ ਗਈ ਪਹਿਲੇ ਹੀ ਕਦਮ ਤੇ ਕਿ ਜ਼ਿੰਦਗੀ ਦਾ ਰੂਪ ਹੀ ਏਕਾ ਰੂਪ, ਏਕਾ ਭਾਵ, ਇੱਕ ਓਂਕਾਰ, ਓਮ ਅੱਲਾ। ਇੱਕੋ ਹੀ ਰੂਪ, ਇੱਕੋ ਹੀ ਆਵਾਜ਼, ਇੱਕੋ ਹੀ ਸ਼ੁਰੂਆਤ, ਇੱਕੋ ਹੀ ਦਾ ਐਂਡ। ਹੁਣ ਇੱਥੇ ਮੈਨੂੰ ਇਹ ਸਮਝ ਆ ਗਈ ਕਿ ਹੁਣ ਤੋਂ ਜਿਹੜੀ ਮੇਰੀ ਯਾਤਰਾ ਹੋਊਗੀ, ਮੈਂ ਇਸ ਯਾਤਰਾ ਨੂੰ ਇੱਥੇ ਨਾਮ ਦਊਂਗੀ ਸੰਨਿਆਸ ਡਿਮੈਂਸ਼ਨ। ਇਸ ਡਿਮੈਂਸ਼ਨ ਦੇ ਵਿੱਚ ਯਾਤਰਾ ਹੋਊਗੀ ਅਤੇ ਕੁਦਰਤ ਜੋ ਇਹ ਇੱਕ ਸਕੂਲ ਹੈ, ਇੱਕ ਯੂਨੀਵਰਸਿਟੀ ਆ, ਜਿਸ ਦੇ ਵਿੱਚ ਮੈਨੂੰ ਦਾਖਲਾ ਮਿਲ ਗਿਆ। ਇੱਥੇ ਮੇਰਾ ਜਿਹੜਾ ਮੁੱਖ ਵਿਸ਼ਾ ਵਾ, ਜਿਹੜਾ ਮੁੱਖ ਸਬਜੈਕਟ ਆ ਮੇਰਾ, ਉਹ ਹੈ ਮੈਂ, ਆਈ ਐਮ। ਮੈਂ ਕੌਣ ਹਾਂ, ਕਿਉਂ ਹਾਂ, ਸੰਸਾਰ ਕੀ ਆ, ਉਦਾਸੀ ਕੀ ਆ, ਰਿਸ਼ਤੇ ਕੀ ਨੇ, ਸੋਚ ਕੀ ਆ, ਮਨ ਕੀ ਆ, ਭਾਵਨਾ ਕੀ ਆ, ਧਰਮ ਕੀ ਆ, ਭੇਦਭਾਵ ਕੀ ਆ, ਸੱਚ ਕੀ ਆ, ਝੂਠ ਕੀ ਆ, ਤਾਂ ਰੱਬ ਕੀ ਆ। ਹੁਣ ਇੱਥੇ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਅਤੇ ਇਹ ਸੰਨਿਆਸੀ ਡਿਮੈਂਸ਼ਨ ਮੈਨੂੰ ਪਹਿਚਾਨ ਕਰਵਾਊਗਾ ਸੰਨਿਆਸੀ ਮਨ ਦੀ।